ਘਰਵਾਲੀ 2-4 ਗਾਲਾਂ ਮਾਵਾਂ ਭੈਣਾਂ ਦੀਆਂ ਕੱਢ ਕੇ ਤੇ ਉਹਨੂੰ ਆਂਦਾ ਕਿ ਆਉਂਦੇ ਹੀ ਗਿੱਟੇ ਗੋਡੇ ਭੰਨ ਦੇਣੇ। ਕਾਲ ਕਲੇਸ਼ ਮਿਟਾਏ ਸਤਿਗੁਰ, ਕਲੇਸ਼ ਮਿਟ ਜਾਂਦੇ ਨੇ ਸਾਡੇ। ਆਪਣੇ ਸੁਭਾਅ ਨੂੰ ਵੀ ਕੁਝ ਸਮਝੋ, ਆਪਣੇ ਪਰਿਵਾਰ ਦੇ ਜੀਆਂ ਦਾ ਸੁਭਾਅ ਸਮਝਣਾ ਸ਼ੁਰੂ ਕਰੋ। ਗੁਰ ਕਾ ਬਚਨ ਬਸੈ ਜੀ ਨਾਲੇ, ਗੁਰ ਕਾ ਬਚਨ ਬਸੈ ਜੀ ਨਾਲੇ। ਜਲ ਨਹੀਂ ਡੂਬੈ ਤਸਕਰ ਨਹੀਂ ਲੇਵੈ, ਭਾਹਿ ਨਾ ਸਾਕੈ ਜਲ। ਜਿਹਦੇ ਨਾਲ ਗੁਰੂ ਦਾ ਬਚਨ ਵਸਦਾ, ਭਾਵ ਜਿਹਦੇ ਹਿਰਦੇ ਵਿੱਚ ਗੁਰੂ ਦਾ ਵਚਨ ਵਸ ਜਾਂਦਾ ਹੈ, ਗੁਰੂ ਦਾ ਉਪਦੇਸ਼ ਮਨ ਵਿੱਚ ਧਾਰ ਕੇ ਜਿਹੜਾ ਕਮਾ ਲੈਂਦਾ, ਉਹਨੂੰ ਨਾ ਪਾਣੀ ਡੋਬ ਸਕਦਾ, ਨਾ ਉਹਨੂੰ ਅੱਗ ਸਾੜ ਸਕਦੀ ਹੈ ਤੇ ਨਾ ਉਹਨੂੰ ਚੋਰੀ ਕੋਈ ਕਰ ਸਕਦਾ। ਕਿਵੇਂ? ਜੇ ਗੁਰੂ ਦਾ ਉਪਦੇਸ਼ ਹੈ ਕਿ ਤੂੰ ਸ਼ੁਭ ਕਰਮ ਕਰਨੇ ਨੇ, ਤੇ ਬਈ ਉਹ ਗੁਰੂ ਦੇ ਉਪਦੇਸ਼ ਨੂੰ, ਉਹ ਸ਼ੁਭ ਕਰਮਾਂ ਨੂੰ ਕੋਈ ਚੋਰੀ ਨਹੀਂ ਕਰ ਸਕਦਾ ਉਸ ਉਪਦੇਸ਼ ਨੂੰ, ਕਿਉਂਕਿ ਉਹ ਤੇ ਹਿਰਦੇ ਦੇ ਅੰਦਰ ਉਹ ਸੰਭਾਲੇ ਗਏ ਨੇ। ਤੇ ਫਿਰ ਉਹ ਉਪਦੇਸ਼ ਪਾਣੀ ਵਿੱਚ ਵੀ ਨਹੀਂ ਡੁੱਬ ਸਕਦਾ, ਉਸ ਉਪਦੇਸ਼ ਨੂੰ ਕੋਈ ਅੱਗ ਵਿੱਚ ਵੀ ਨਹੀਂ ਸਾੜ ਸਕਦਾ। ਸੋ ਸਾਧ ਸੰਗਤ ਜੀ, ਗੁਰੂ ਦਾ ਉਪਦੇਸ਼ ਸੁਣ ਕੇ ਉਹਨੂੰ ਮੰਨਣਾ ਸ਼ੁਰੂ ਕਰੀਏ। ਤੇ ਗੁਰੂ ਦਾ ਉਪਦੇਸ਼ ਕੀ ਹੈ ਕਿ ਸ਼ੁਭ ਕਰਮ ਕਰ, ਹਰਿ ਕੋ ਨਾਮ ਜਪ ਨਿਰਮਲ ਕਰਮ। ਉਹ ਸ਼ੁਭ ਕਰਮ ਕਰਨੇ ਆਪਾਂ ਵੀ ਸ਼ੁਰੂ ਕਰੀਏ। ਜੇ ਆਪਾਂ ਗੁਰੂ ਦਾ ਬਚਨ ਮੰਨਾਂਗੇ ਤਾਂ ਫਿਰ ਸਤਿਗੁਰ ਹੋਏ ਦਿਆਲ ਸਰਦਾ ਪੂਰੀਏ, ਸਤਿਗੁਰ ਹੋਏ ਦਿਆਲ ਨਾ ਕਬਹੂ ਚੋਰੀਏ। ਜੇ ਗੁਰੂ ਦਿਆਲ ਹੋ ਜਾਵੇ, ਭਾਵ ਗੁਰੂ ਪ੍ਰਸੰਨ ਹੋਵੇ, ਤੇ ਫਿਰ ਝੋਰਾ ਨਹੀਂ ਹੁੰਦਾ। ਤੇ ਗੁਰੂ ਪ੍ਰਸੰਨ ਕਿਵੇਂ ਹੁੰਦਾ? ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ, ਜਦ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਬਲ ਭੰਨੇ। ਉਪਦੇਸ਼ ਜੇ ਦਿੱਤਾ ਸਤਿਗੁਰੂ, ਸੋ ਸੁਣਿਆ ਸਿੱਖੀ ਕੰਨੇ। ਸਿੱਖਾਂ ਨੇ ਆਪਣੇ ਕੰਨਾਂ ਨਾਲ ਗੁਰੂ ਦਾ ਉਪਦੇਸ਼ ਸੁਣਿਆ। ਉਹ ਉਪਦੇਸ਼ ਸੁਣ ਕੇ ਜਦੋਂ ਸਿੱਖਾਂ ਨੇ ਕਮਾਇਆ ਤੇ ਫਿਰ ਗੁਰੂ ਦੀਆਂ ਖੁਸ਼ੀਆਂ ਹੋਈਆਂ। ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ। ਸਤਿਗੁਰੂ ਦਾ ਮਨ ਜਿਹੜੀ ਸੇਵਾ ਨੂੰ ਕੀਤਿਆਂ ਮੰਨੇ, ਭਾਵ ਸੇਵਾ ਤੋਂ ਮਤਲਬ ਸਿਰਫ ਹੱਥਾਂ ਨਾਲ ਕਰਨਾ ਹੀ ਨਹੀਂ, ਸੇਵਾ ਬੜੇ ਪ੍ਰਕਾਰ ਦੀ ਹੈ। ਉਹ ਸੇਵਾ ਕੀਤਿਆਂ ਸਤਿਗੁਰੂ ਦਾ ਜਦੋਂ ਮਨ ਮੰਨਦਾ, ਉਸ ਨਾਲ ਸਤਿਗੁਰੂ ਖੁਸ਼ ਹੁੰਦਾ ਤੇ ਫਿਰ ਸਤਿਗੁਰੂ ਖੁਸ਼ੀਆਂ ਦੇਵੇ। ਹਰ ਇੱਛਾ ਪੂਰੀ ਹੁੰਦੀ ਹੈ, ਕੋਈ ਇੱਛਾ ਨਹੀਂ ਰਹਿ ਜਾਂਦੀ, ਸਭ ਇੱਛਾ ਪੂਰੀਆਂ ਹੁੰਦੀਆਂ ਨੇ। ਪਰ ਸਾਧ ਸੰਗਤ ਜੀ, ਆਪਾਂ ਆਪੋ ਆਪਣੇ ਅੰਦਰ ਝਾਤੀ ਮਾਰੀਏ ਕਿ ਆਪਾਂ ਗੁਰੂ ਦੇ ਉਪਦੇਸ਼ ਨੂੰ ਕਿੰਨਾ ਕੁ ਸੁਣਦੇ ਹਾਂ, ਕਿੰਨਾ ਕੁ ਮੰਨਦੇ ਹਾਂ ਕਿ ਦੋ ਕੰਨਾਂ ਦਾ ਲਾਭ ਉਠਾਉਂਦੇ ਹਾਂ। ਇੱਕ ਕੰਨ ਥਾਣੀ ਪਾਇਆ ਤੇ ਦੂਜੇ ਥਾਣੀ ਕੱਢ ਦਿੱਤਾ। ਇੱਕ ਸੱਜਣ ਦਿੱਲੀ ਵਿੱਚ ਕਿਸੇ ਗੁਰਦੁਆਰੇ ਵਿੱਚ ਕੀਰਤਨ ਹਰ ਰੋਜ਼ ਕਰਦਾ ਸੀ। ਹੁਣ ਗੁਰਦੁਆਰੇ ਦੇ ਵਿੱਚ ਜਦੋਂ ਕੀਰਤਨ ਕਰੀਏ, ਆਸਾ ਦੀ ਵਾਰ ਸਵੇਰੇ ਪੜ੍ਹਨੀ, ਤੇ ਆਸਾ ਦੀ ਵਾਰ ਦੇ ਵਿੱਚ ਆਉਂਦਾ ਮੰਦਾ ਕਿਸੇ ਨਾ ਆਖੀ ਹੈ, ਪੜ੍ਹੇ ਅੱਖਰ ਇਹੋ ਬੁੱਝੀ। ਆਸਾ ਦੀ ਵਾਰ 'ਚ ਇਹ ਵੀ ਆਉਂਦਾ, ਸੋ ਕਿਉਂ ਮੰਦਾ ਆਖੀ ਹੈ ਜਿਤ ਜੰਮੈ ਰਾਜਾਨ। ਇਹੋ ਜਿਹੀਆਂ ਸਾਰੀਆਂ ਤੁਕਾਂ ਪੜ੍ਹ ਕੇ, ਅਰਦਾਸ ਕਰਕੇ ਸਾਲਾਂ ਬੱਧੀ ਪੜ੍ਹਦਾ ਰਿਹਾ ਤੇ ਘਰ ਨੂੰ ਜਾ ਰਿਹਾ ਸੀ ਤੇ ਰਾਜ ਮੋਬਾਈਲ ਤੇ ਆਪਣੇ ਘਰ ਵਾਲੀ ਨਾਲ ਲੱਗ ਪਿਆ। ਉਹਨੂੰ ਆਂਦਾ ਕੀ ਹੈ ਕਿ ਤੈਨੂੰ ਉਹ ਜਿਹੜਾ ਕੰਮ ਆਖਿਆ ਸੀ ਉਹ ਮੇਰੇ ਆਉਂਦਿਆਂ ਨੂੰ ਕੀਤਾ ਹੋਣਾ ਚਾਹੀਦਾ। ਜੇ ਤੂੰ ਨਾ ਕੀਤਾ ਨਾ ਤੇ 2-4 ਗਾਲਾਂ ਮਾਵਾਂ ਭੈਣਾਂ ਦੀਆਂ ਕੱਢ ਕੇ ਤੇ ਉਹਨੂੰ ਆਂਦਾ ਕਿ ਆਉਂਦੇ ਹੀ ਤੇਰੇ ਜਿਹੜੇ ਗਿੱਟੇ ਗੋਡੇ ਤੇਰੇ ਭੰਨ ਦੇਣੇ। ਸੋ ਆਸਾ ਦੀ ਵਾਰ ਪੜ੍ਹਨ ਦਾ ਉਸ ਕੀਰਤਨੀਏ ਨੂੰ ਇੰਨਾ ਕੁ ਲਾਭ ਹੋਇਆ ਸੀ। ਤੇ ਇਹ ਉਹਦੇ ਤੇ ਉਂਗਲ ਚੁੱਕਣ ਦੀ ਲੋੜ ਨਹੀਂ, ਸਾਡਾ ਵੀ ਇਹੋ ਹੀ ਹਾਲ ਹੈ। ਕਿਉਂਕਿ ਅਸੀਂ ਗੁਰੂ ਉਪਦੇਸ਼ ਨੂੰ ਵਿਚਾਰਦੇ ਨਹੀਂ, ਉਹਨੂੰ ਆਪਾਂ ਮੰਨਦੇ ਨਹੀਂ। ਜੇ ਆਪਾਂ ਗੁਰੂ ਉਪਦੇਸ਼ ਨੂੰ ਸੁਣ ਕੇ, ਸਮਝ ਕੇ, ਵਿਚਾਰ ਕੇ ਉਹਨੂੰ ਆਪਾਂ ਸਹੀ ਰੂਪ ਦੇ ਵਿੱਚ ਆਪਣੇ ਜੀਵਨ ਵਿੱਚ ਧਾਰੀਏ ਤਾਂ ਸੱਚੀ ਮੁੱਚੀ ਸਾਡਾ ਜੀਵਨ ਸੁਖੀ ਹੋ ਜਾਵੇਗਾ। ਕਰਕੇ ਵੇਖੋ, ਜੇ ਕੋਈ ਘਾਟਾ ਪਏਗਾ ਤਾਂ ਮੇਰੇ ਤੋਂ ਲੈ ਲਿਓ, ਸਾਹਮਣੇ ਬੈਠਾ ਤੁਹਾਡੇ, ਕਰਕੇ ਵੇਖੋ। ਗੁਰੂ ਦਾ ਉਪਦੇਸ਼ ਕੀ ਹੈ? ਹਿੱਕ ਫਿੱਕਾ ਨਾ ਗੱਲ ਆਏ, ਸਭਨਾ ਮੈਂ ਸੱਚਾ ਤਾਂ ਨਹੀਂ। ਸਾਰਿਆਂ ਦੇ ਵਿੱਚ ਪ੍ਰਭੂ ਵਸਦਾ ਹੈ, ਕਿਸੇ ਨੂੰ ਫਿੱਕਾ ਨਾ ਬੋਲ। ਆਪਾਂ ਫਿੱਕਾ ਬੋਲਣੋਂ ਹਟਦੇ ਹੀ ਨਹੀਂ।
ਫਿਰ ਅਸੀਂ ਆਨੇ ਆ ਮੇਰੀ ਮੰਗ ਨਹੀਂ ਗੁਰੂ ਨੇ ਮੰਨੀ, ਮੈਨੂੰ ਪੁੱਤ ਨਹੀਂ ਦਿੱਤਾ, ਮੈਨੂੰ ਕਾਰ ਨਹੀਂ ਦਿੱਤੀ। ਮਿੱਠਾ ਬੋਲਣ ਤੇ ਜ਼ੋਰ ਨਹੀਂ ਲੱਗਦਾ। सो साध संगत जी, गुरु का वचन ने गुरु के चरनी लग्या काल कलेश मिटाए सतगुर। कलेश मिट जाते हैं साडे, पक्की गल है। तो आपां अपने परिवार चों कलेश मिटाइए ना। कलेश मिटा के वेखो कितना सुखपूर्वक जीवन हुंदा। कलेश मिटाउण लई गुरु दा उपदेश धारण करन दी लोड़ है। गुरु उपदेश दे विच बहुत कुछ है। ते गुरु की किरपा नाल फिर की हुंदा है, गुरबाणी विच सच्चे पातशाह लिखदे ने, गुर कै बचन सुन रसन वखाणी। फिर गुर किरपा ते अमृत मेरी बाणी, मेरे बचन, मेरी भाषा जिहड़ी सी गुरु की किरपा नाल वो भी मिठी हो गई। अमृत तो भाव मिठे तो है। इत्थे अमृत जिहड़ा पंज सिंह तैयार करदे ने उहदे तो भाव नहीं, इत्थे भाव मिठे तो है। क्योंकि इक्को ही शब्द दे वक्खो वखरे वाक दे विच वक्खो वखरे समय अनुसार वक्खो वखरे अर्थ हुंदे ने। सो साध संगत जी, आपां भी अपनी बाणी नूं मिठा करिए। मैं आप जी नूं कुछ बेनतियां अगे पिछले कुछ दिनां विच करदा पिया परिवारक जीवन सुखी करन वास्ते। अज एक होर बेनती आप जी नूं करन लगा। मेरी बेनती नूं अपने अंदर थां दिओ, ਉਹਦੇ ਤੇ कुछ ਕੰਮ करके वेखो ਤੇ ਵੇਖੋ गुरु किवें आप जी ते खुशियां करदा। साध संगत जी, आप जी ने गुरबाणी विच सुनिया है ना कि उत्थे सतगुरु दे वास्ते लिखिया है, बिन बोलत मेरी बिरथा जानी। बिना बोले तो मेरे मन दी कोई जिहड़ी इच्छा सी जां कोई दुख भरी विथया सी, वो मेरे सतगुरु ने समझ लई। बिन बोलत मेरी बिरथा जानी। इस करके जदों ये हुंदा ना ते फिर प्रभ मेरा अंतरजामी जान, अंदर दियां बुझण वाला उहनूं मन के बड़ी पक्की फिर शरधा बजदी। चलो आपां अंतरजामी तां हुंदियां बड़ी देर लगदी है, समा लगदा है। जे प्रभु दा रूप होईए ते असीं भी अंतरजामी हो सकदे हां, पर आपां बाहर जामी हो जाइए। बहुत चंगियां मावां जिहड़ियां ने उन्हां नूं ये पता लग जाता है कि मेरे बच्चे नूं की तकलीफ हो रही है इस वेले, मेरे बच्चे नूं कदों भुख लग पई है, हुण मेरे बच्चे नूं किस चीज़ की लोड़ है। सो इस करके साध संगत जी, वो क्यों पता लगता है? क्योंकि वो ध्यान केंद्रित करदियां ने उत्थे ते समझण दा यतन करदियां ने कि मेरे बच्चे दा शरीर, चेहरा की मैनू दिस रहा ते उहदे तो मैं की अर्थ कढने ने। कई बारी वो चेत मन च कुछ करदियां ने, कई बारी अचेत मन विच ही ये करी जांदियां ने। सो जे आप जी भी करोगे तो आप जी चेत मन च करो, हौली हौली अर्ध चेत जाएगा, फिर अचेत विच चले जाएगा। तो आप जी अज मेरी बेनती नूं उचेचा ध्यान दिओ कि अपने परिवार दे 4-5 जियां दा सुभाਅ समझना शुरू करो। आपां परिवारक जीवन सुखी करना ना, अपने परिवार दे 4-5 जियां दा सुभाਅ समझना शुरू करो। किवें? मेरे पति नूं, मेरे पत्नी नूं, मेरे बच्चे नूं, मेरे पिता जी नूं, भैन जी नूं, भरा जी नूं, उन्हां नूं किहड़ी किहड़ी चीज़ चंगी लगदी है। भोजन तो शुरू हो जाइए। किसी नूं जलेबियां चंगियां लगदियां, किसी नूं पकौड़े, किसी नूं मिर्चां वाली दाल सब्जी, किसी नूं ठंडी कुल्फी, किसी नूं रसगुल्ले, गुलाब जामुन। मैनूं ढोकला जिवें चंगा लगदा हुंदा सी, हुण माफक नहीं आउंदा। ते जलेबियां बड़ियां पसंद ने, पर वो भी खाणियां नहीं हुंदियां, माफक नहीं आउंदियां। सो इस तरह ही चलो माफक जिहड़ी चीज़ ना आवे एक वक्खरी गल है, वो ना दिओ जे किसी नूं बीमार करन लई। पर भाव ये हैगा कि एक सूची लिख के बनाओ
कि मेरे परिवार के जीआं नूं किहड़ी किहड़ी चीज़ पसंद है, किहड़ी चीज़ खाण दे विच भोजन च किहड़ी पसंद है, उन्हां नूं कपड़े किस तरह के पसंद ने, भैन नूं घरवाली नूं मां नूं फुल्लां वाले पसंद ने कि सादे रंगदार कि चिट्टे। इसी तरह उन्हां नूं किहड़ी तरह के गीत पसंद ने, किहड़ी तरह दीयां गल्लां पसंद ने। क्योंकि साडी आदत एक विशेष कारणा करके विशेष प्रकार की बन जाती है। उन्हां विशेष प्रकारां दे विच साडी एक आदत गल्लां दी भी उचेची बन जाती है। भाई गुरदास जी ने लिखिया है ना कि दुखियारे मिल दुखियारियां दुख रवंदे। जिन्हां नूं दुखी रहण दी एक आदत बन गई हुंदी है, जां किसी समय मन दुखी होया हुंदा तो जदों दूसरा दुखी उन्हां नाल आके दुख फोलदा तो बड़े चाअ नाल फिर दोवें जने आपो अपने मन फोल के ते एक दूजे नाल अपने ढिड दीयां गल्लां करदे ने। सो इसे तरह साडे परिवार विच भी हर जी नूं एक विशेष प्रकार दीयां गल्लां सुनन ते करन दा उन्हां दा सुभाव बन चुक्या हुंदा, आदत बन गई हुंदी है। वो भी लिखो कि मेरे परिवार के किहड़े किहड़े जी नूं किहो जिहियां गल्लां करन दी आदत है। दाल सब्जी के बारे भी किहो जी किहड़ी रिन्नी है, सूटां बारे, गहणियां बारे, गुआंढियां दी चुगली करन बारे, जां राजनीति बारे, जां सिख पंथ बारे, जां फिल्मां जां सीरीयल दे उत्ते कोई आलोचना करन बारे, जां अपना जीवन उच्चा, इस तरह वक्खो वक्खरे कई विषय हुंदे ने। सिर्फ इक्को ही नहीं हुंदा, कई तरह दीयां गल्लां सुन पढ़ के वो खुश हुंदे ने। इसे तरह ये भी ध्यान करो कि मेरे परिवार दा किहड़ा जी घर दे विच साफ सफाई रख के खुश है ते किहड़ा नहीं रख के खुश, जां खलारा पिया ते पिया ही है, समेट के नहीं खुश हैगा। ये भी एक बड़ी वक्खरी तरह की एक आदत सब दी हुंदी है। क्योंकि एक सोच तो हुंदी है ना कि बिस्तरा जिहड़ा है उहनूं सारे नूं कंबल चादरां नूं तय करन दी की लोड़ है, मुड़ के भी तो आके सौना ही है ना। गल तो गलत नहीं हैगी, गल तो वो भी ठीक है। एक किसी मनुख नूं दूसरे मनुख ने आख्या कि भाई तू टट्टी विच गया सां ते उत्थे पेशाब करके आया तो पानी डोल दे। ਉਹਦਾ ਅੱਗੋਂ ਉੱਤਰ ਸੀ कि पानी डोलन ਦੀ ਕੀ ਲੋੜ ਹੈ, ਮੁਸ਼ਕ ਵਾਲੇ ਥਾਂ ਤੋਂ ਤਾਂ ਮੁਸ਼ਕ ਹੀ ਆਉਣੀ ਹੈ। ਉੱਤਰ ਉਹਦਾ ਵੀ ਠੀਕ ਹੈ, ਪਰ ਉਹਦੇ ਉੱਤਰ ਦਾ ਪ੍ਰਤੀ ਉੱਤਰ ਇਹ ਹੈ ਕਿ ਜਦੋਂ ਆਪਾਂ ਜੇ ਉੱਥੇ ਆਪਾਂ ਪਾਣੀ ਡੋਲਿਆ ਹੋਏਗਾ ਤਾਂ ਜਿੰਨਾ ਚਿਰ ਆਪਾਂ ਨੂੰ ਬਹਿਣਾ ਪਏਗਾ ਪਿਸ਼ਾਬ ਕਰਨ ਲਈ ਉਨਾ ਚਿਰ ਆਪਾਂ ਨੂੰ ਮੁਸ਼ਕ ਨਹੀਂ ਆਏਗੀ ਜਾਂ ਬਹੁਤ ਘੱਟ ਆਏਗੀ, ਆਪਾਂ ਨੂੰ ਔਖ ਨਹੀਂ ਹੋਏਗੀ। ਸੋ ਮੇਰਾ ਗੱਲ ਦੱਸਣ ਦਾ ਭਾਵ ਇਹ ਹੈਗਾ ਕਿ ਇਹ ਵੱਖਰੇ ਵੱਖਰੇ ਤਰ੍ਹਾਂ ਦੇ ਸਭ ਦੇ ਸੁਭਾਅ ਹੁੰਦੇ ਨੇ। ਉਹ ਸਾਰੇ ਸੁਭਾਅ ਨੂੰ ਆਪਾਂ ਸਮਝੀਏ, ਆਪਣੇ ਪਰਿਵਾਰ ਦੇ ਜੀਆਂ ਦੇ ਸੁਭਾਅ ਨੂੰ ਸਮਝੋ ਤੇ ਲਿਖੋ ਕਾਗਜ਼ ਤੇ, ਸੰਗ ਨਾ ਕਰੋ, ਆਪਣੇ ਮੋਬਾਈਲ 'ਚ ਵੀ ਲਿਖੀ ਜਾਓ ਤੇ ਫਿਰ ਆਪਣੇ ਸੁਭਾਅ ਨੂੰ ਵੀ ਕੁਝ ਸਮਝੋ। ਜੇ ਆਪ ਨੂੰ ਨਹੀਂ ਸਮਝ ਆਉਂਦੀ ਤੇ ਆਪਣੇ ਬਾਕੀ ਦੇ ਜੀਆਂ ਨੂੰ ਪੁੱਛ ਲਓ ਕਿ ਮੇਰਾ ਸੁਭਾਅ ਕੀ ਹੈ। ਬੜੀ ਔਖੀ ਗੱਲ ਹੈ ਵੈਸੇ, ਪਰ ਕੁਛ ਨਾ ਕੁਛ ਤੇ ਪਤਾ ਲੱਗੇਗਾ ਹੀ ਨਾ। ਫਿਰ ਜਦੋਂ ਆਪਾਂ ਨੂੰ ਆਪਣੇ ਪਰਿਵਾਰ ਦੇ ਜੀਆਂ ਦਾ ਸੁਭਾਅ ਸਾਨੂੰ ਪਤਾ ਲੱਗ ਜਾਏਗਾ, ਫਿਰ ਆਪਾਂ ਉਹਦੇ ਅਨੁਸਾਰ ਕੁਛ ਹੱਦ ਤੱਕ ਕਿਰਿਆ ਕਰਨੀ ਸ਼ੁਰੂ ਕਰੀਏ, ਕੋਈ ਕੰਮ ਉਹਦੇ ਮੁਤਾਬਕ ਕਰੀਏ, ਉਹਦੇ ਨਾਲ ਉਹ ਪ੍ਰਸੰਨ ਹੋਣੇ ਸ਼ੁਰੂ ਹੋ ਜਾਣਗੇ। ਉਹ ਪ੍ਰਸੰਨ ਹੋਣੇ ਸ਼ੁਰੂ ਹੋ ਜਾਣਗੇ ਤੇ ਘਰ ਦਾ ਕਲੇਸ਼ ਮਿਟ ਜਾਏ। ਬੜੀ ਸੌਖੀ ਜੀ ਗੱਲ ਹੈ, ਪਰ ਬੜੀ ਔਖੀ ਗੱਲ ਹੈ। ਕਿਉਂਕਿ ਇੱਕ ਨਵਾਂ ਕੰਮ ਕਰਨਾ ਨਾ, ਨਵੀਂ ਲੀਹ ਪਾਉਣ ਲੱਗਿਆ ਤੁਹਾਨੂੰ ਪਤਾ ਹੈ ਕਿ ਨਵੇਂ ਖੇਤਾਂ ਦੇ ਵਿੱਚ ਜਦੋਂ ਲੀਹ ਪਾਈਏ, ਕਦੀ ਟਿੱਬਿਆਂ ਦੇ ਵਿੱਚ ਗੱਡੇ ਫਸ ਜਾਂਦੇ ਨੇ ਅਤੇ ਕਦੀ ਮਸਤਾਨਗੜ੍ਹ ਦੀ ਚੀਕਣੀ ਮਿੱਟੀ ਦੇ ਵਿੱਚ ਫਸ ਕੇ ਉੱਥੇ ਚੂਲੇ ਗੱਡਿਆਂ ਦੇ ਟੁੱਟ ਜਾਂਦੇ ਨੇ, ਡੰਗਰ ਵਿੱਚ ਫਸ ਜਾਂਦੇ ਨੇ, ਟਰਾਲੀਆਂ ਟੁੱਟ ਜਾਂਦੀਆਂ, ਖੁੱਭ ਜਾਂਦੀਆਂ, ਬੜੀ ਮੁਸ਼ਕਿਲਾਂ ਹੁੰਦੀਆਂ ਨੇ। ਪਰ ਆਪਣੇ ਆਪ ਨੂੰ ਵੀ ਇੱਕ ਨਵੀਂ ਆਦਤ ਪਾਉਣ ਲੱਗਿਆਂ ਵਾਹਵਾ ਔਖ ਹੁੰਦੀ ਹੈ। ਪਰ ਜੇ ਇੱਕ ਵਾਰੀ ਪਾ ਲਓਗੇ, ਥੋੜ੍ਹੇ ਦਿਨ ਹੀ ਅਭਿਆਸ ਕਰੋਗੇ, ਫਿਰ ਹਰ ਰੋਜ਼ ਥੋੜ੍ਹਾ ਥੋੜ੍ਹਾ ਕਰਦੇ ਰਹੋਗੇ, ਉਹਦੇ ਨਾਲ ਪੱਕੀ ਗੱਲ ਹੈ ਲਾਭ ਹੋਵੇਗਾ ਹੀ ਹੋਵੇਗਾ, ਨੁਕਸਾਨ ਕੋਈ ਨਹੀਂ ਹੋਣ ਲੱਗਾ। ਇਹ ਉਹ ਕੰਮ ਹੈ ਕਿ ਜਿਹੜਾ ਕੀਤਿਆਂ ਔਰ ਬਿਨਾਂ ਪੁੱਛੇ ਤੋਂ ਕੀਤਿਆਂ ਆਪ ਜੀ ਨੂੰ ਅਤਿਅੰਤ ਖੁਸ਼ੀਆਂ ਆਪਣੇ ਪਰਿਵਾਰ 'ਚੋਂ ਮਿਲ ਸਕਦੀਆਂ ਨੇ।
फर्ज करो जे तुसी बुझ लेंदे हो कि मेरे पिता जी ने जलेबियां चंगियां लगदियां ने उन्होंने, तो तुसी बिना उन्हों दे आखे तो जे जलेबियां लिया के दोगे तो किन्नियां खुशियां मिलणगियां। नंबर 2 तो जे वो आखण के काका मैनू लिया के दे तो फिर वो दूसरी गल है। जे वो आखण ही ना तो बिना आखे तो आप उन्होंने मन की इच्छा पूरी करिए तो फिर बिन बोल तो बिरथा जानी वाली गल हो गई ना। जे अंतरजामी नहीं तो अंतर पजामी तो आप हो गए ना। सो प्यारिओ तुसीं ये करके वेखो तो इस तरह अपना सुभाव बारे भी जाणीए। जदों आपां अपने सुभाव बारे जाणांगे, अपने सुभाव बारे जाण के अपने सुभाव दे विचों कुछ माड़ियां आदतां छड्डणीਆਂ ने ते चंगियां ग्रहण करनियां ने। इत्थे एक होर भी गल ध्यान च रखण वाली है कि परिवार दे जीआं दे सुभाव दा जे सानूं पता लग ही गया कि उन्हां दा सुभाव आ है ते ਉਹਦੇ ਵਿੱਚ कई चीज़ां उन्हां दे सुभाव दे ਵਿੱਚ कई काम ਉਹ ਹੁੰਦੇ ਨੇ ਜਿਹੜੇ परिवार वास्ते नुकसानदेह होंदे ने जां उन्हां दे अपने शरीर लई भी वो नुकसानदेह होंदे ने। बहुती खंड खानी, तलियां चीज़ां खाणियां आदि जे उन्हां दी उस चीज़ की भी इच्छा हुंदी होवे तां आपां अपनी खुशी वास्ते उन्हां दा जीवन भी नहीं खराब करना, उन्हां नूं रोगी नहीं करना। पर यह हैगा कि उन्हां नूं आखना पिता जी नहीं तुसीं 5 करेले नहीं छकने, आ लो अद्धा क करेला थोड़ा जिहा छक लो, अपना स्वाद पूरा कर लो, बाकी दी तली चीज़ मसाले वालियां नहीं आपां खाणियां। उहदे नाल दोवें चीज़ां पूरीआं हो जांदियां ने। सारियां गल्लां ते ना किसे दियां मन्नियां जा सकदियां ने ते ना ही मन्नणियां चाहीदियां ने। पर जिन्नियां क योग इच्छावां किसे दियां पूरीआं कीतियां जा सकण, सौखियां सौखियां, बहुतियां औखियां हो के नहीं, पुट्ठे लटक के नहीं, वो कर देण ना। जे सानू नुकसान ना हुंदा होवे तो साडे परिवार दा जी कोई खुश हुंदा होवे, सज्जन मित्र खुश हुंदा होवे ते आपां नूं नुकसान की। ये करके वेखो, फिर हफ्ते 10 दिनां दे विच हौली हौली सब दे सुभाव समझो, लिखो, फिर इनू अपने जीवन दे विच ढालो ते फिर जे कोई नुकसान होएगा तो मैनू दस दिओ, जे लाभ होएगा तो फिर चुप करके बांह सराणे धर के सौं जिओ जे। क्योंकि कलेश मिट गया तो नींद चंगी आउंदी है ना। जदों कलेश होया होवे घर दे विच फिर नींद नूंद कोई नहीं आउंदी। इस करके गुरु चरनी लगन दा मतलब ये है, धर्मी बनन दा मतलब ये है कि साडा जीवन सुखी होवे। ये जीवन तां सुखी होएगा जे गुरु का बचन मनांगे। गुरु का बचन जिहड़ा वो हैगा कि विचारवान बनो, विवेक बुद्ध सब जग में निर्मल, बेचर बेचर रस पीजै। सो आप भी विचारवान बन के इन्हां सारियां चीज़ां नूं विचारो कि असी दुखी क्यों हाँ, सुखी किवें होना है। ते जिहड़ियां बेनतियां मैं कीतियां ने ये बेनतियां प्रवान करो। सतगुरु जी किरपा करन, आप जी दे उत्ते खुशियां बख्शण, आप जी नूं हरेक तरह सुखी करन। सारे ही आखो धन सतगुरु हरगोबिंद सच्चे पातशाह। फिर आखो धन सतगुरु राम सिंह जी। सत श्री अकाल। ਇਹਨਾਂ ਪੇਜਾਂ ਉੱਤੇ ਸਮੇਂ-ਸਮੇਂ ਤੇ ਕੁਝ ਖਾਸ ਪੋਸਟਾਂ ਅਤੇ ਵੀਡੀਓ ਪਾਈਆਂ ਜਾਂਦੀਆਂ ਹਨ। ਇਹਨਾਂ ਪੇਜਾਂ ਨੂੰ ਲਾਈਕ ਕਰੋ ਅਤੇ ਨੋਟੀਫਿਕੇਸ਼ਨ ਬਟਨ ਨੂੰ ਦਬਾਓ ਤਾਂ ਕਿ ਇਸ ਤਰ੍ਹਾਂ ਦੀਆਂ ਕੁਝ ਹੋਰ ਖਾਸ ਪੋਸਟਾਂ ਅਤੇ ਵੀਡੀਓ ਦੀ ਜਾਣਕਾਰੀ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ।